ਅੱਜ ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਭਾਈ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਾਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਤੇ ਇੱਕ ਹੋ ਕੇ ਚੱਲਣ ਦੀ ਲੋੜ ਹੈ, ਕਿਉਂਕਿ ਸਾਡੇ ਲੋਕਾਂ ਨੂੰ ਪਹਿਲਾਂ ਹੀ ਜਾਤ-ਪਾਤ ਵਿੱਚ ਭੇਦ-ਭਾਵ ਰੱਖਣ ਵਾਲੇ ਲੋਕਾਂ ਨੇ ਧਰਮਾਂ ਵਿੱਚ ਵੰਡ ਛੱਡਿਆ। ਇਸ ਲਈ ਸਾਨੂੰ ਲੋੜ ਹੈ ਇੱਕ ਹੋਣ ਦੀ, ਤਾਂ ਕਿ ਜੋ ਸੁਪਨਾ ਬਾਬਾ ਸਾਹਿਬ ਨੇ ਦੇਖਿਆ ਸੀ ਉਸ ਨੂੰ ਇੱਕ ਹੋ ਕੇ ਪੂਰਾ ਕੀਤਾ ਜਾ ਸਕੇ। डॉक्टर परमजीत सिंह ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨਾ ਕੁ ਅਸੀਂ ਦਲਿਤ ਸਮਾਜ ਨੂੰ ਸੱਦ ਕੇ ਅਵੇਅਰ ਕੀਤਾ ਹੈ, ਮੈਂ ਸਮਝਦਾ ਸਾਡੇ ਵਾਸਤੇ ਬਹੁਤ ਮਹਾਨ ਖੁਸ਼ੀ ਦੀ ਗੱਲ ਆ। ਔਰ ਸਾਨੂੰ ਜਾਤੀ ਪਾਤੀ ਨੂੰ ਨਹੀਂ, ਸਰਵ ਸਮਾਜ ਨੂੰ ਇਕੱਠਿਆਂ ਕਰਕੇ ਇੱਕ ਤਾਕਤ ਬਣਾ ਕੇ ਇਸ ਮਿਸ਼ਨ ਨੂੰ ਪੂਰਾ ਕਰਨਾ ਚਾਹੀਦਾ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਸਾਡੇ ਵਾਸਤੇ ਦੁਸ਼ਮਣ ਸਮੱਸਿਆਵਾਂ ਖੜੀਆਂ ਕਰ ਰਿਹਾ ਹੈ, ਉਹਨਾਂ ਦਾ ਡਟ ਕੇ ਮੁਕਾਬਲਾ ਤਾਂ ਹੀ ਕਰ ਸਕਦੇ ਹਾਂ, ਤਾਂ ਹੀ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾ ਸਕਦੇ ਹਾਂ, ਜੇਕਰ ਅਸੀਂ ਸਾਰੇ ਇਕਜੁੱਟਤਾ ਹੋ ਕੇ ਇਸ ਮਿਸ਼ਨ ਨੂੰ ਕਾਮਯਾਬ ਕਰੀਏ। ਅੱਜ ਦਾ ਪ੍ਰੋਗਰਾਮ ਸਮੁੱਚੇ ਭਾਰਤ ਦੇ ਬਹੁਜਨ ਸਮਾਜ ਦੇ ਵਾਸਤੇ ਬਹੁਤ ਭਾਗਿਆ ਭਰਿਆ, ਖੁਸ਼ੀਆਂ ਭਰਿਆ ਇਹ ਜਨਮ ਹੈ ਦਿਹਾੜਾ ਜਿਹੜਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਮਨਾ ਰਹੇ ਹਾਂ। ਇਹ ਬਹੁਤ ਵੱਡਾ ਪਰਬ ਆ ਜੀ, ਔਰ ਬਹੁਤ ਖੁਸ਼ੀ ਦੇ ਨਾਲ ਅਸੀਂ ਮਨਾ ਰਹੇ ਹਾਂ। ਬਹੁਤ ਤਗੜੇ ਲੈਵਲ ਤੇ ਮਨਾਇਆ, ਦਿਲੋਂ ਮਨਾਇਆ, ਔਰ ਬਹੁਤ ਖੁਸ਼ੀ ਹੋਈ। ਔਰ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਉਹਨਾਂ ਨੇ ਭਰਪੂਰ ਸਹਿਯੋਗ ਦਿੱਤਾ। ਮੈਂ ਸਾਰੇ ਭਾਰਤ ਦੇ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਰਪਿਤ ਕਰਦਾ, ਵਧਾਈਆਂ ਦਿੰਦਾ ਜੀ। ਪਾਸੇ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ, ਦੂਸਰੇ ਪਾਸੇ ਸਟੇਜ ਤੇ ਰਾਜਨੀਤਿਕ ਗੱਲਾਂ ਕੀਤੀਆਂ ਜਾ ਰਹੀਆਂ, ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਅਸੀਂ ਇਸ ਸਮਾਗਮ ਦੀ ਤਿਆਰੀ ਕੀਤੀ ਆ, ਬਕਾਇਦਾ ਸਾਰੀ ਟੀਮ ਨੇ ਬੈਠ ਕੇ ਉਹ ਅਸੀਂ ਗੱਲ ਰੱਖੀ ਸੀਗੀ ਵੀ ਇਹਨੂੰ ਸਿਆਸੀ ਤੌਰ ਤੇ ਨਾ ਲਿਆ ਜਾਵੇ, ਕਿਉਂਕਿ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਏ ਸੀਗੇ, ਔਰ ਸਿਰਫ ਇਹ ਬਾਬਾ ਸਾਹਿਬ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ੁਭ ਇੱਛਾਵਾਂ ਅਰਪਿਤ ਕੀਤੀਆਂ ਜਾਣ। ਔਰ ਮੈਂ ਇੱਥੇ ਮੰਚ ਤੇ ਕੰਮ ਵੀ ਕੀਤਾ ਐਜ ਏ ਸਟੇਜ ਸੈਕਟਰੀ, ਮੈਂ ਆਪਣੀ ਭੂਮਿਕਾ ਨਿਭਾਈ ਹੈ। ਔਰ ਮੈਂ ਬੁਲਾਰਿਆਂ ਨੂੰ ਕਹਿੰਦਾ ਰਿਹਾ ਸਮੇਂ-ਸਮੇਂ ਸਿਰ ਤੇ ਰਾਜਨੀਤਿਕ ਹੋਣਾ ਕੋਈ ਮਾੜੀ ਗੱਲ ਨਹੀਂ, ਲੇਕਿਨ ਉਹਦੇ ਵਾਸਤੇ ਕੋਈ ਵੱਖਰੀ ਗੱਲ ਹੁੰਦੀ ਹੈ। ਔਰ ਨਾ ਹੀ ਮੈਨੂੰ ਤਾਂ ਇਸ ਗੱਲ ਦਾ ਨਹੀਂ ਸੀ ਪਤਾ ਵੀ ਇੱਥੇ ਕੋਈ ਰਾਜਨੀਤਿਕ ਲੈਵਲ ਦੀ ਗੱਲ ਹੋਊਗੀ, ਕਿਉਂਕਿ ਸਾਥੀਆਂ ਜੇ 5-7 ਬੰਦੇ ਆ ਜਿਹੜੇ ਬਹਿ ਕੇ ਅਸੀਂ ਗੱਲ ਕੀਤੀ ਸੀ, ਉਹ ਗੱਲ ਇਹ ਹੀ ਸੀਗੀ ਵੀ ਸਿਰਫ ਤੇ ਸਿਰਫ ਬਾਬਾ ਸਾਹਿਬ ਦੇ ਜੀਵਨ ਤੇ ਆਪਾਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਬਾਬਾ ਸਾਹਿਬ ਦੇ ਜੀਵਨ ਸਾਹਿਬ ਦੇ ਤਾਂ ਇੰਨੀਆਂ ਗੱਲਾਂ ਕਿ ਇੱਕ ਦਿਨ ਦੇ ਵਿੱਚ ਕੀ ਆਪਾਂ ਮਹੀਨਾ ਵੀ ਕਰੀਏ ਤੇ ਉਹਨਾਂ ਦੇ ਬਲੀਦਾਨ ਨੂੰ ਭੁੱਲਿਆ ਨਹੀਂ ਜਾ ਸਕਦਾ। ਮੇਰੀ ਬੇਨਤੀ ਆਪਦੇ ਸਮਾਜ ਦੇ ਲੋਕਾਂ ਨੂੰ ਸਿਰਫ ਇੰਨੀ ਕੁ ਹੈ ਕਿ ਜਾਤਾਂ ਪਾਤਾਂ ਵਿੱਚ ਅਸੀਂ ਪਹਿਲਾਂ ਹੀ ਵੰਡੇ ਆ, ਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੂੰ, ਇੰਨੇ ਮਹਾਨ ਮਹਾਂਪੁਰਸ਼ ਨੂੰ ਅਸੀਂ ਆਪਣੇ ਜਾਤੀਆਂ ਤੱਕ ਸੀਮਿਤ ਨਾ ਰੱਖ ਲਈਏ। ਜਦੋਂ ਸੰਵਿਧਾਨ ਉਹਨਾਂ ਨੇ ਤਿਆਰ ਕੀਤਾ, ਉਹਨਾਂ ਨੇ ਇਕੱਲਾ ਕੋਈ ਸ਼ਡਿਊਲ ਕਾਸਟ ਲੋਕਾਂ ਵਾਸਤੇ ਨਹੀਂ, ਉਹਨਾਂ ਨੇ ਤਾਂ ਸਾਰਿਆਂ ਵਾਸਤੇ, ਉਹ ਜਿਹੜਾ ਕਾਨੂੰਨ ਜਿਹੜਾ ਸਾਡੇ ਭਾਰਤ ਵਿੱਚ ਚੱਲਦਾ ਉਹ ਸਾਰਿਆਂ ਵਾਸਤੇ ਹੀ ਹੈ। ਇਸ ਕਰਕੇ ਉਹਨੂੰ ਸਰਬ ਸਾਂਝੇ ਤੌਰ ਤੇ ਮਨਾਉਣਾ ਚਾਹੀਦਾ ਸੀ, ਜਾਤੀਵਾਦ ਲੈਵਲ ਤੇ ਨਹੀਂ। मेरा नाम प्रोफेसर अशोक सहोता, और आज जो तलवंडी भाई विखे डॉक्टर BR अंबेडकर साहब का 130वां जन्म दिवस मनाया गया, और बड़ी खुशी की गल है कि इस जन्मदिन नूं मनाउण दे लई वख-वख संस्थावां दे आगू साहिबान पहुँचे, और बाबा साहब के जीवन ते जो चर्चा की है उहदा बहुजन समाज के नाल भारत देश के अंदर औरत जाति के अधिकारां की गल जो की है, उहदे लई असी सारे समाज नूं बधाई देना चाहुंदे हैं। और आने वाले समय दे विच जो डॉक्टर BR अंबेडकर साहब के द्वारा लिखे हुए संविधान नूं इस भारत देश के अंदर पूरी तरह लागू कराउण लई जो साडी इस देश के अंदर लड़ाई है वो जारी रहेगी, क्योंकि किसानां दा मुद्दा, लेबर क्लास का मुद्दा, ये वो मुद्दे ने जिहड़े इस देश के संविधान नूं किसी ना किसी तरह खोखला करने की कोशिश कर रहा। तो मैं बधाई देना चाहांगा कि जिथे असी सब ने रल के डॉक्टर BR अंबेडकर साहब का 130वां जन्मदिन मनाया, और ये जन्मदिन इत्थे जिक्रयोग है कि भारत देश के अंदर वामसेफ और बहुजन क्रांति मोर्चे वालों सारे संगठनों के सहयोग के नाल, जिवें कि अज भी एक संगठन ने ये जन्मदिन मनाया, उन्होंने मैं बहुत बहुत तह दिलों धन्नवादी हाँ। इदां ही पूरे भारत देश के अंदर 1 लाख सेंटरां ते ये जन्मदिन मनाए जा रहे हैं, और 14 अप्रैल तक ये जारी रहणगे। और एक ये भी एक विश्व रिकॉर्ड बनने जा रहा है कि 6 लाख पिंडां दे विच
ਬਾਬਾ ਸਾਹਿਬ ਦੇ ਨਾਮ ਤੇ ਜਿਹੜੇ 5 ਲੱਖ ਤੋਂ ਵੀ ਵੱਧ ਸੰਗਠਨ ਹੈ, ਉਹ ਸੰਗਠਨ ਬਾਬਾ ਸਾਹਿਬ ਦੇ ਇਸ ਜਨਮ ਦਿਨ ਤੇ ਪ੍ਰਣ ਲੈਣਗੇ ਕਿ ਅਸੀਂ ਆਪਣੇ ਬਹੁਜਨਾਂ ਦੀ ਆਜ਼ਾਦੀ ਦੇ ਲਈ, ਅਸੀਂ ਉਹਨਾਂ ਲਤਾੜੇ ਹੋਏ ਲੋਕਾਂ ਲਈ, ਉਹਨਾਂ ਔਰਤ ਜਾਤ ਦੇ ਲਈ ਜਿਨ੍ਹਾਂ ਨੇ ਇਸ ਦੇਸ਼ ਦੇ ਅੰਦਰ ਹਲੇ ਆਪਣੇ ਹੱਕਾਂ ਤੇ ਹਕੂਕਾਂ ਦੇ ਲਈ ਲੜਾਈ ਨੂੰ ਜਾਰੀ ਨਹੀਂ ਰੱਖਿਆ, ਉਹ ਜਾਰੀ ਕਰਨਗੇ। ਔਰ ਸਾਰਿਆਂ ਨੂੰ ਮੈਂ ਫਿਰ ਇੱਕ ਵਾਰੀ ਵਧਾਈ ਦੇਣਾ ਚਾਹੁੰਦਾ, ਖਾਸ ਕਰਕੇ ਸਾਡੇ ਸਤਾਰਾ ਚੈਨਲ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੀ ਲਾਈਵ ਟੈਲੀਕਾਸਟ ਕੀਤਾ ਔਰ ਬਾਬਾ ਸਾਹਿਬ ਦੇ ਸਿੱਖਿਆਵਾਂ ਨੂੰ ਭਾਰਤ ਦੇ ਨਹੀਂ ਪੂਰੀ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚਾਇਆ, ਕਿਉਂਕਿ ਅੱਜ ਮੀਡੀਆ ਦਾ ਯੁੱਗ ਹੈ ਔਰ ਨੈੱਟ ਦੇ ਵਿੱਚ ਅਸੀਂ ਇੱਥੋਂ ਬੈਠੇ ਪੂਰੀ ਦੁਨੀਆ ਨੂੰ ਦੇਖ ਸਕਦੇ ਹਾਂ। ਤਾਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਬਾਬਾ ਸਾਹਿਬ ਦੇ ਜਨਮ ਦਿਨ ਲੱਖ ਸਰ ਮੈਂ ਪੁੱਛਣਾ ਚਾਹੂੰਗਾ ਕਿ ਇੱਕ ਪਾਸੇ ਤਾਂ ਅੱਜ ਦੇ ਪ੍ਰੋਗਰਾਮ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਤੇ ਚੱਲਣ ਦੀ ਗੱਲ ਕੀਤੀ ਜਾ ਰਹੀ ਆ। ਦੂਸਰੇ ਪਾਸੇ ਜਦੋਂ ਸਟੇਜ ਤੇ ਕੋਈ ਬੋਲ ਰਿਹਾ ਤਾਂ ਉਸ ਨੂੰ ਰਿਕਾਰਡਿੰਗ ਜਿਹੜੀ ਉਹ ਰੋਕੀ ਜਾ ਰਹੀ ਆ, ਲਾਈਵ ਕੈਮਰੇ ਜਿਹੜੇ ਉਹ ਬੰਦ ਕਰਵਾਏ ਜਾ ਰਹੇ ਆ, ਫਿਰ ਕਿਸ ਤਰ੍ਹਾਂ ਲੋਕ ਜੁੜਨਗੇ? ਹੁਣ ਵੀ ਆਪਾਂ ਕੈਮਰੇ ਦੇ ਸਾਹਮਣੇ ਗੱਲ ਕਰ ਰਹੇ ਹਾਂ। ਇਹ ਵਾਮਸੇਫ ਔਰ ਦੂਸਰੇ ਵੀ ਜਿਹੜੇ ਕੇਡਰ ਵਾਈਜ਼ ਕੰਮ ਕਰਦੇ ਸੰਗਠਨ ਹੈ, ਉਹਨਾਂ ਦਾ ਇੱਕ ਕੇਡਰ ਹੁੰਦਾ, ਉਹ ਕੇਡਰ ਦੇ ਵਿੱਚ ਸੰਗਠਨ ਦੀ ਰਣਨੀਤੀ ਹੁੰਦੀ ਹੈ ਔਰ ਰਣਨੀਤੀ ਨੂੰ ਜਦੋਂ ਤਿਆਰ ਆਪਣੇ ਵਰਕਰਾਂ ਨਾਲ ਕੀਤਾ ਜਾਂਦਾ, ਮੈਨੂੰ ਨਹੀਂ ਸੀ ਪਤਾ ਕਿ ਇਹ ਸਾਡੀ ਰੈਲੀ ਓਪਨ ਰੈਲੀ ਹੈ ਜਾਂ ਸਾਡੇ ਲੋਕਾਂ ਦੀ ਹੈ। ਔਰ ਉਹਦੇ ਵਿੱਚ ਅੱਜ ਉਸ ਟਾਈਮ ਦੇ ਲਈ ਜਦੋਂ ਅਸੀਂ ਆਪਣੇ ਵਰਕਰਾਂ ਨੂੰ ਰਣਨੀਤੀ ਦੇ ਤੌਰ ਤੇ ਤਿਆਰ ਕਰ ਰਹੇ ਸੀ ਜਾਂ ਉਹਨਾਂ ਨੂੰ ਤਿਆਰੀ ਕਰਨ ਦੇ ਲਈ ਗੱਲ ਕਰ ਰਹੇ ਸੀ, ਉਸ ਟਾਈਮ ਤੇ ਕਿਹਾ ਗਿਆ ਕਿ ਫੋਟੋਸ ਖਿੱਚ ਲਈ ਜਾ ਸਕਦੀ ਹੈ, ਲੇਕਿਨ ਲਾਈਵ ਤੁਸੀਂ ਜਿਹੜਾ ਹੈ ਉਹ ਉਨੀ ਦੇਰ ਨਾ ਕਰੋ, ਬਾਅਦ ਵਿੱਚ ਉਹਨੂੰ ਤੁਸੀਂ ਪ੍ਰੋਗਰਾਮ ਕਰ ਸਕਦੇ ਆ। ਤਾਂ ਇੱਦਾਂ ਦੀ ਕੋਈ ਇਸ਼ੂ ਨਹੀਂ ਕਰ ਸਕਦੇ। ਨਹੀਂ, ਆਵਾਜ਼ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ, ਲੋਕ ਫਿਰ ਕਿਸ ਤਰ੍ਹਾਂ ਜੁੜਨਗੇ ਜਦੋਂ ਜਦਕਿ ਮੀਡੀਆ ਨੇ ਇਹ ਆਵਾਜ਼ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਉਣੀ ਆ। ਜਦ ਲੋਕਾਂ ਤੱਕ ਆਵਾਜ਼ ਨਹੀਂ ਪਹੁੰਚੀ, ਫਿਰ ਡਾਕਟਰ ਭੀਮ ਰਾਓ ਜੀ ਦੇ ਜੋ ਉਹਨਾਂ ਦਾ ਸੋਚ ਸੀਗੀ ਉਸ ਸੋਚ ਤੇ ਕਿਵੇਂ ਚੱਲਣਗੇ ਲੋਕ? ਆ ਜਿਹੜੀ ਹੁਣ ਆਪਾਂ ਸਾਰੇ ਸਾਥੀ ਗੱਲ ਕਰ ਰਹੇ, ਇਹਨੂੰ ਲਾਈਵ ਕੀਤਾ ਜਾ ਰਿਹਾ, ਕੋਈ ਇਤਰਾਜ਼ ਨਹੀਂ ਹੈ, ਬਾਬਾ ਸਾਹਿਬ ਦੀ ਹੀ ਗੱਲ ਹੋ ਰਹੀ ਹੈ। ਤੁਸੀਂ ਮੇਰੀ ਗੱਲ ਨੂੰ ਸਮਝਦੇ, ਜੋ ਸੰਗਠਨ ਦੀ ਰਣਨੀਤਿਕ ਪੈਂਤਰਾ ਹੈ ਉਹਨੂੰ ਜਦੋਂ ਡਿਸਕਸ ਕੀਤਾ ਜਾਂਦਾ ਤਾਂ ਉਹ ਕੋਈ ਵੀ ਸੰਗਠਨ ਓਪਨ ਨਹੀਂ ਕਰਦਾ ਉਹਨੂੰ। ਇਸ ਕਰਕੇ ਮੈਂ ਉਸ ਵੇਲੇ ਥੋੜ੍ਹੀ ਜਿਹੀ ਅਪੀਲ ਕੀਤੀ ਸੀ, ਤਾਂ ਉਹਦੇ ਲਈ ਖਿਮਾ ਦੇ ਜਾਚਕ ਹੈ, ਕੋਈ ਐਡੀ ਪ੍ਰੋਬਲਮ ਨਹੀਂ। ਥੈਂਕ ਯੂ ਬਹੁਤ। ਤਲਵੰਡੀ ਭਾਈ ਤੋਂ ਜਗਰੂਪ ਸਿੰਘ ਮਾਨ ਦੀ ਰਿਪੋਰਟ।